ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੋ 24 ਅਵਤਾਰਾਂ ਦੀ ਕਥਾ ਕਹੀ ਆ, ਉਹਦੇ ਵਿੱਚੋਂ ਇੱਕ ਅਵਤਾਰ ਆ ਬ੍ਰਹਮਾ ਅਵਤਾਰ। ਤੇ ਬ੍ਰਹਮਾ ਦੇ ਉਪ ਅਵਤਾਰ ਕਿਹੜੇ ਆ? ਉਹਦੇ ਵਿੱਚੋਂ ਪਹਿਲਾ ਉਪ ਅਵਤਾਰ ਆ ਰਿਸ਼ੀ ਵਾਲਮੀਕ। ਰਿਸ਼ੀ ਵਾਲਮੀਕ ਜੀ ਬਾਰੇ ਜਿਵੇਂ ਜਿਵੇਂ ਮਹਾਰਾਜ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਆਪਣੇ ਖਾਲਸੇ ਨੂੰ ਗਿਆਨ ਦੇਣ ਲਈ ਇਹ ਸਾਰੀਆਂ ਗੱਲਾਂ ਲਿਖੀਆਂ ਨੇ, ਉਹਨਾਂ ਬਾਰੇ ਆਪਾਂ ਅੱਜ ਵਿਚਾਰ ਕਰਾਂਗੇ। ਵਾਲਮੀਕ ਜੀ ਜੋ ਕਿ ਇੱਕ ਬਰਮੀ ਤੋਂ ਪੈਦਾ ਹੋਏ ਇੱਕ ਰਿਸ਼ੀ ਸੀਗੇ, ਇਹਨਾਂ ਨੂੰ ਆਦਿ ਕਵੀ ਵੀ ਕਿਹਾ ਜਾਂਦਾ। ਤੇ ਜਦੋਂ ਸ਼੍ਰੀ ਰਾਮ ਚੰਦਰ ਜੀ ਨੇ ਮਾਤਾ ਸੀਤਾ ਜੀ ਨੂੰ ਲੋਕਾਂ ਦੇ ਪਿੱਛੇ ਲੱਗ ਕੇ ਆਪਣੇ ਮਹਿਲਾਂ ਵਿੱਚੋਂ ਬਾਹਰ ਕੱਢ ਦਿੱਤਾ ਸੀਗਾ, ਗਰਭਵਤੀ ਸੀਗੇ, ਤੇ ਉਦੋਂ ਇਹਨਾਂ ਦੇ ਆਸ਼ਰਮ ਦੇ ਵਿੱਚ ਹੀ ਰਹੇ ਸੀਗੇ ਵਾਲਮੀਕ ਜੀ ਦੇ। ਇੱਥੇ ਉਹਨਾਂ ਨੇ ਜੋੜੇ ਪੁੱਤਰ ਲਵ ਤੇ ਕੁਸ਼ ਉਹਨਾਂ ਨੂੰ ਜਨਮ ਦਿੱਤਾ ਮਾਤਾ ਸੀਤਾ ਜੀ ਨੇ, ਤੇ ਵਾਲਮੀਕ ਜੀ ਨੇ ਹੀ ਦੋਵਾਂ ਬਾਲਕਾਂ ਨੂੰ ਸ਼ਾਸਤਰ ਵਿੱਦਿਆ ਤੇ ਸੰਗੀਤ ਵਿੱਦਿਆ ਸਿਖਾਈ ਸੀ। ਤਾਂ ਇਹ ਉਪ ਅਵਤਾਰ ਦੀ ਸਾਰੀ ਕਥਾ ਆਪਾਂ ਅੱਜ ਸਮਝਾਂਗੇ। ਇਹਦੇ ਵਿੱਚ ਹੋਰ ਵੀ ਬਹੁਤ ਕੁਝ ਆ ਜਿਹੜਾ ਸਾਨੂੰ ਨਹੀਂ ਪਤਾ। ਤਾਂ 10ਵੇਂ ਪਾਤਸ਼ਾਹ ਜੀ ਨੇ ਕਿਵੇਂ ਕਥਾ ਕਹੀ ਆ ਇਹ, ਆਓ ਜੀ ਆਪਾਂ ਸਰਵਣ ਕਰਦੇ ਹਾਂ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਉਤੀ ਜੀ ਸਹਾਇ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸੇ ਵੀ ਅਵਤਾਰ ਦੀ ਕਥਾ ਸ਼ੁਰੂ ਕਰਦੇ ਆ, ਉਦੋਂ ਸਭ ਤੋਂ ਪਹਿਲਾਂ ਰੱਬ ਨੂੰ ਚੇਤੇ ਕਰਦੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਭਾਈ ਇਹ ਬ੍ਰਹਮਾ ਦਾ ਪਹਿਲਾ ਉਪ ਅਵਤਾਰ ਹੋਇਆ ਰਿਸ਼ੀ ਵਾਲਮੀਕ ਜੀ। ਤੋਮਰ ਛੰਦ ਮਹਾਰਾਜ ਕੀ ਕਹਿੰਦੇ ਆ, ਧਿਆਨ ਦੇ ਨਾਲ ਸੁਣਿਓ। ਸਤਜੁਗ ਫਿਰ ਉਪਜਾਮ, ਸਭ ਨੌਤਨੇ ਕਰ ਸਾਜ। ਸਤਜੁਗ ਦਾ ਜਦੋਂ ਸਮਾਂ ਹੋਇਆ, ਸਾਰੇ ਸਾਜ ਬਾਜ ਨਵੇਂ ਹੋ ਗਏ। ਸਾਰੇ ਦੇਸ਼ਾਂ ਪ੍ਰਦੇਸ਼ਾਂ ਦੇ ਰਾਜੇ ਧਰਮ ਕਾਰਜਾਂ ਵਿੱਚ ਲੱਗ ਗਏ। ਜਦੋਂ ਸਤਜੁਗ ਹੁੰਦਾ ਸੀਗਾ, ਉਦੋਂ ਜਿਹੜੇ ਰਾਜੇ ਹੁੰਦੇ ਸੀ ਚੰਗੇ ਕੰਮ ਕਰਦੇ ਸੀਗੇ। ਹੌਲੀ ਹੌਲੀ ਜਿਵੇਂ ਆਪਾਂ ਵੇਖਦੇ ਹਾਂ, ਕਲ ਕਾਲ ਕੋਪ ਕਰਾਲ, ਕਲਯੁਗ ਆ ਗਿਆ। ਕਲਯੁਗ ਦੇ ਵਿੱਚ ਮਹਾਰਾਜ ਕਹਿੰਦੇ ਲੋਕ ਜਿਹੜੇ ਆ ਉਹ ਵੀ ਉੱਦਾਂ ਦੇ ਆ ਤੇ ਰਾਜੇ ਵੀ ਉੱਦਾਂ ਦੇ ਹੋਏ ਫਿਰਦੇ ਆ। ਇਹ ਉਲਟੀ ਵਾੜ ਖੇਤ ਕੋ ਖਾਈ ਵਾਲੀ ਗੱਲ ਹੋਈ ਪਈ ਆ। ਤੇ ਗੁਰੂ ਮਹਾਰਾਜ ਕਹਿੰਦੇ, ਭਾਈ ਸਭ ਜਾਪ ਜਾਪੋ ਸੋਏ, ਬਿਨ ਤਾਸ ਔਰ ਨਾ ਕੋਏ। ਜੇ ਤੁਸੀਂ ਕਲਯੁਗ ਤੋਂ ਬਚਣਾ ਚਾਹੁੰਦੇ ਹੋ ਨਾ, ਰੱਬ ਦਾ ਨਾਮ ਹੀ ਤੁਹਾਨੂੰ ਬਚਾ ਸਕਦਾ। ਕਲਯੁਗ ਦੇ ਵਿੱਚ ਜਿਹੜੇ ਨਾਮ ਜਪਦੇ ਆ ਉਹਨਾਂ ਦੀ ਚੜ੍ਹਦੀ ਕਲਾ ਹੁੰਦੀ ਆ। ਨਾਮ ਜਪਣ ਵਾਲਿਆਂ ਦੀ ਚੜ੍ਹਾਈ ਆ। ਜਦੋਂ ਆਖਰੀ ਸਮੇਂ ਸਾਹ ਨਿਕਲਦੇ ਆ ਤੇ ਉਦੋਂ ਬੰਦੇ ਨੂੰ ਕੋਈ ਟੈਨਸ਼ਨ ਨਹੀਂ ਹੁੰਦੀ, ਕਿਉਂਕਿ ਉਹਨੇ ਨਾਮ ਜਪਿਆ ਹੁੰਦਾ। ਟੈਨਸ਼ਨ ਤਾਂ ਆਪਣੇ ਵਰਗਿਆਂ ਨੂੰ ਆ ਜਿਨ੍ਹਾਂ ਨੇ ਨਾਮ ਨਹੀਂ ਜਪਣਾ। ਉਹ ਸਦਾ ਖੁਸ਼ ਰਹਿੰਦੇ ਆ, ਸਦਾ ਹੀ ਚੜ੍ਹਦੀ ਕਲਾ 'ਚ ਰਹਿੰਦੇ, ਕਦੇ ਉਦਾਸ ਨਹੀਂ ਹੁੰਦੇ। ਮਹਾਰਾਜ ਸ਼ੁਰੂ ਵਿੱਚ ਇੱਦਾਂ ਕਹਿ ਰਹੇ ਆ, ਬਿਨ ਏਕ ਦੂਸਰ ਨਾਹੇ, ਸਭ ਰੰਗ ਰੂਪ ਮਾਹੇ। ਰੱਬ ਹੀ ਆ ਜਿਹਨੇ ਜੁਗਾਂ ਜੁਗਾਂ 'ਚ ਅਵਤਾਰ ਪੈਦਾ ਕੀਤੇ ਆ। ਬ੍ਰਹਮਾ ਵੀ ਉਹਦਾ ਕਹਿਣਾ ਮੰਨਦਾ। ਸ਼ਿਵ ਜੀ ਵਰਗੇ, ਕ੍ਰਿਸ਼ਨ ਵਰਗੇ, ਮਹਾਦੇਵ ਵਰਗੇ ਸਾਰੇ ਜਾਣੇ ਪਰਮਾਤਮਾ ਦਾ ਪਾਣੀ ਭਰਦੇ ਆ। ਜਿਨ੍ਹਾਂ ਨੇ ਵੀ ਮਹਾਰਾਜ ਕਹਿੰਦੇ, ਜਿਹੇ ਜਾਪਿਆ ਤੇਹ ਜਾਪ, ਤਿਨਕੇ ਸਹਾਈ ਆਪ। ਜਿਹਨੇ ਵੀ ਪਰਮਾਤਮਾ ਦਾ ਨਾਮ ਜਪਿਆ, ਵਾਹਿਗੁਰੂ ਜੀ ਉਹਦੇ ਸਹਾਈ ਹੋਏ ਆ। ਤੇ ਗੁਰਮੁਖ ਪਿਆਰਿਓ, ਨਾਮ ਜਪਣ ਵਾਲੇ ਕਦੇ ਭੱਜਦੇ ਨਹੀਂ। ਮੈਦਾਨ ਛੱਡ ਕੇ ਕਬਹੂ ਨਾ ਭਾਜ ਚਲੰਤ। ਉਹਨਾਂ ਨੂੰ ਮਹਾਰਾਜ ਕਹਿੰਦੇ ਵੈਰੀਆਂ ਤੋਂ ਡਰ ਨਹੀਂ ਲੱਗਦਾ। ਜਿਵੇਂ ਗੁਰੂ ਸਾਹਿਬ ਜੀ ਦੇ ਸਾਹਿਬਜ਼ਾਦੇ ਆਪਾਂ ਉਦਾਹਰਨ ਵਜੋਂ ਕਹਿ ਸਕਦੇ ਹਾਂ। ਤਾਂ ਇੱਥੇ ਭਾਵੇਂ ਕਿ ਉਪ ਅਵਤਾਰ ਦੀ ਕਥਾ ਆ ਰਹੀ ਹੈ ਰਿਸ਼ੀ ਜੀ ਦੀ, ਪਰ ਮਹਾਰਾਜ ਜੀ ਪਹਿਲਾਂ ਰੱਬ ਦੀ ਉਸਤਤ ਕਰਦੇ ਆ। ਕਿੰਨੇ ਹੀ ਜੀਵ ਜੰਤੂ ਆ ਵਿਆਪਕ, ਸਾਰੇ ਪ੍ਰਮਾਤਮਾ ਦੇ ਕਹਿਣੇ ਵਿੱਚ ਆ। ਭਵ ਗੜਨ ਭੰਜਨਹਾਰ ਹੈ ਏਕ ਹੀ ਕਰਤਾਰ। ਮਹਾਰਾਜ ਦੀ ਬਾਣੀ ਵੇਖੋ ਕਿੰਨੀ ਸੋਹਣੀ 10ਵੇਂ ਗ੍ਰੰਥ ਵਿੱਚ, ਵੀ ਸੰਸਾਰ ਨੂੰ ਬਣਾਉਣ ਵਾਲਾ ਢਾਉਣ ਵਾਲਾ ਰੱਬ ਹੀ ਆ, ਇੱਕੋ ਹੀ ਆ। ਉਹਦੇ ਤੋਂ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ। ਸਾਰੇ ਆਪਾਂ ਕਹਿ ਦਿੰਦੇ ਹਾਂ ਇੰਦਰ ਦੇਵਤਾ, ਮਹਾਰਾਜ ਜੀ ਉਹਦੇ ਬਾਰੇ ਕੀ ਕਹਿੰਦੇ ਕਿ ਇੰਦਰ ਪਾਨ ਪਹਾਰ। ਇੰਦਰ ਵਰਗੇ ਪਾਣੀ ਭਰਦੇ ਆ ਰੱਬ ਦਾ। ਬ੍ਰਹਮਾ ਵਰਗੇ ਵੇਦ ਉਚਾਰਦੇ ਆ। ਸ਼ਿਵ ਜੀ ਵਰਗੇ ਕਿੰਨੇ ਹੀ ਸ਼ਿਵ ਜੀ, ਕਈ ਬੈਠ ਦਵਾਰ ਮਹੇਸ਼ ਰੱਬ ਦੇ ਬੂਹੇ ਤੇ ਬੈਠੇ ਆ। ਕਈ ਸ਼ੇਸ਼ਨਾਗ ਅਸ਼ੇਸ਼, ਕਿੰਨੇ ਹੀ ਸ਼ੇਸ਼ਨਾਗ ਉਹਦੀ ਆਗਿਆ ਪਾਲਣ ਲਈ ਖੜੇ ਰਹਿੰਦੇ ਆ। ਕਿੰਨੇ ਹੀ ਸੂਰਜ ਚੰਦਰਮਾ ਇੰਦਰ ਦੇ ਸਮਾਨ, ਕਿੰਨੇ ਹੀ ਇੰਦਰ, ਉਪ ਇੰਦਰ, ਮਨਿੰਦਰ, ਮੱਛ, ਕੱਛ, ਸ਼ੇਸ਼ਨਾਗ, ਕਈ ਕਰੋੜਾਂ ਕ੍ਰਿਸ਼ਨ ਅਵਤਾਰ ਆ, ਇੱਕ ਨਹੀਂ। ਆਪਾਂ ਤਾਂ ਜਿਹਨੂੰ ਜਾਣਦੇ ਆਪਾਂ ਨੂੰ ਲੱਗਦਾ ਵੀ ਇੱਕ ਹੀ ਆ। ਨਾ,
ਆਪਾਂ ਨੂੰ ਤਾਂ ਉਨੀ ਕੀ ਜਾਣਕਾਰੀ ਹੈ ਜਿੰਨੀ ਆਪਾਂ ਇਕੱਠੀ ਕਰ ਲਈ। ਕਈ ਕੋਟ ਕ੍ਰਿਸ਼ਨ ਅਵਤਾਰ, ਕਈ ਕਰੋੜਾਂ ਹੀ ਕ੍ਰਿਸ਼ਨਾਂ ਵਰਗੇ ਅਵਤਾਰ ਹੋਏ ਆ, ਤੇ ਕਈ ਰਾਮ ਬਾਰ ਬਹਾਰ। ਕਿੰਨੇ ਹੀ ਮਹਾਰਾਜ ਕਹਿੰਦੇ ਰਾਮ ਅਵਤਾਰ ਉਹਦੇ ਬੂਹੇ ਤੇ ਝਾੜੂ ਫੇਰਦੇ ਆ। ਕਮਾਲ ਦੀ ਗੱਲ ਹੋ ਗਈ। ਮਹਾਰਾਜ 10ਵੇਂ ਪਾਤਸ਼ਾਹ ਜੀ ਵੇਖੋ, ਰੱਬ ਤੋਂ ਉੱਪਰ ਕੋਈ ਨਹੀਂ, ਅਵਤਾਰ ਵੀ ਉਹਦਾ ਪਾਣੀ ਭਰਦੇ ਆ, ਝਾੜੂ ਫੇਰਦੇ ਆ ਪਰਮਾਤਮਾ ਦੇ ਦਰ ਤੇ। ਸ਼੍ਰੀ ਰਾਮ ਚੰਦਰ ਜੀ ਵਰਗੇ ਭਾਵ ਰੱਬ ਦੀ ਸੇਵਾ ਕਰਦੇ ਆ। ਇਹ ਮੱਛ ਕੱਛੂ ਅਵਤਾਰ ਕਿੰਨੇ ਹੀ ਉਹਦੇ ਦਵਾਰ ਤੇ ਖੜੇ ਦਿਖਾਈ ਦੇ ਰਹੇ ਆ। ਗੁਰਮੁਖ ਪਿਆਰਿਓ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਇਸ ਤਰ੍ਹਾਂ ਫਰਮਾਉਂਦੇ ਆ, ਇਹ ਨਾਮ ਤੋਂ ਬਿਨ ਏਕ ਆਸਰੇ ਨਾਮ ਨਹੀਂ ਔਰ ਕੋਨੇ ਕਾਮ। ਤਾਂ ਇਹ ਨਾਮ ਦੇ ਆਸਰੇ ਲਏ ਤੋਂ ਬਿਨਾਂ ਸਾਰੇ ਕਰਮ ਧਰਮ ਕਿਸੇ ਵੀ ਕੰਮ ਨਹੀਂ ਆਉਣੇ। ਗੁਰੂ ਨਾਨਕ ਦੇਵ ਜੀ ਨੇ ਵੀ ਗੁਰੂ ਸਾਹਿਬ ਜੀ ਕਹਿੰਦੇ ਇਹੀ ਗੱਲ ਕਹੀ ਆ। ਇਸ ਕਰਕੇ ਭਾਈ ਨਾਮ ਜਪਣਾ ਬਹੁਤ ਜ਼ਰੂਰੀ ਆ। ਤਾਂ ਆਓ ਅੱਗੇ ਬ੍ਰਹਮਾ ਦੇ ਉਪ ਅਵਤਾਰਾਂ ਦੀ ਆਪਾਂ ਕਥਾ ਸ਼ੁਰੂ ਕਰਦੇ ਹਾਂ। ਮਹਾਰਾਜ ਜੀ ਕਹਿੰਦੇ ਬ੍ਰਹਮਾ ਨੇ ਜਿਹੜੇ ਰੂਪ ਧਾਰੇ ਆ, ਜੋ ਧਰੇ ਬ੍ਰਹਮਾ ਰੂਪ ਤੇ ਕਹੇ ਕਾਵ ਅਨੂਪ। ਮਹਾਰਾਜ ਕਹਿੰਦੇ ਉਹਦਾ ਵਰਣਨ ਮੈਂ ਇਸ ਬਾਣੀ ਦੇ ਵਿੱਚ ਕਰ ਰਿਹਾ ਹਾਂ। ਗਨ 24 ਅਵਤਾਰ ਬਹੁ ਕਹਿ ਵਿਸਥਾਰ। 24 ਅਵਤਾਰ ਮਹਾਰਾਜ ਕਹਿੰਦੇ ਉਹਨਾਂ ਦੀ ਮੈਂ ਕਥਾ ਲਿਖੀ ਆ ਤੇ ਉਹਦੇ ਵਿੱਚ ਬੜੇ ਵਿਸਥਾਰ ਨਾਲ ਦੱਸੀ ਆ। ਹੁਣ ਉਪ ਅਵਤਾਰਾਂ ਦੀ ਕਥਾ ਵੀ ਕਹੂੰਗਾ। ਉਪ ਅਵਤਾਰ ਹੁੰਦੇ ਆ, ਜਿਵੇਂ ਮੰਨ ਲਓ 24 ਅਵਤਾਰ ਬ੍ਰਹਮਾ ਹੋ ਗਿਆ, ਵਿਸ਼ਨੂੰ ਹੋ ਗਿਆ, ਸ਼ਿਵ ਹੋ ਗਿਆ। ਇਹਨਾਂ ਨੇ ਵੀ ਅੱਗੇ ਕਿਹੜੇ ਅਵਤਾਰ ਲਏ ਆ। ਹੁਣ ਬ੍ਰਹਮਾ ਜੀ ਦੇ ਬਾਰੇ ਭਾਵੇਂ ਕਿ ਇੱਕ ਵਿਦਵਾਨ ਸੀਗੇ, ਦੇਵਤੇ ਸੀਗੇ, ਅਵਤਾਰ ਸੀਗੇ, ਇਹਨਾਂ ਨੇ ਵੇਦ ਕੰਠ ਕੀਤੇ ਆ। ਆਪਾਂ ਨੂੰ ਸਾਰੀ ਜ਼ਿੰਦਗੀ ਪਾਠ ਪੜ੍ਹਦੇ ਰਹਿੰਦੇ, ਜਾਪ ਸਾਹਿਬ ਦੀ ਬਾਣੀ ਕੰਠ ਨਹੀਂ ਹੁੰਦੀ, ਕਈਆਂ ਨੂੰ ਜਪਜੀ ਸਾਹਿਬ ਦੀ ਬਾਣੀ ਕੰਠ ਨਹੀਂ ਹੁੰਦੀ, ਨਿਤਨੇਮ ਕੰਠ ਨਹੀਂ ਹੁੰਦਾ। ਤੇ ਉਹ ਬ੍ਰਹਮਾ ਨੇ 4 ਵੇਦ ਕੰਠ ਕਰ ਲਏ ਕਿਉਂਕਿ ਅਵਤਾਰ ਸੀਗੇ। ਹੁਣ ਮਹਾਰਾਜ ਦੱਸਦੇ ਆ ਵੀ ਬ੍ਰਹਮਾ ਤੋਂ ਭੁੱਲ ਵੀ ਕਿੱਥੇ ਕਿੱਥੇ ਹੋਈ ਹੈ। ਬ੍ਰਹਮਾ ਬਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਗਤੀ ਆ ਵੀ ਕੁਝ ਕਰਮ ਬ੍ਰਹਮੇ ਤੋਂ ਵੀ ਹੋਏ, ਹਉਮੈ ਦੇ ਵਿੱਚ ਹੋਏ ਆ ਦੇਵਤਿਆਂ ਤੋਂ। ਕਲ ਤਾਸ ਆਗਿਆ ਦੀਨ, ਰੱਬ ਨੇ ਜਦੋਂ ਹੁਕਮ ਵਰਤਿਆ, ਕਲਾ ਵਰਤੀ ਆ, ਤਬ ਵੇਦ ਬ੍ਰਹਮਾ ਕੀਨ। ਬ੍ਰਹਮੇ ਨੇ ਵੇਦ ਉਚਾਰੇ, ਫਿਰ ਉਹਦਾ ਹੰਕਾਰ ਵੱਧ ਗਿਆ। ਤਬ ਤਾਸ ਵਾਢਿਓ ਗਰਭ, ਸਰਬ ਆਪ ਜਾਣਨਾ ਸਰਬ। ਉਹਨੇ ਸਾਰਿਆਂ ਨੂੰ ਆਪਣੇ ਸਮਾਨ ਨਹੀਂ ਜਾਣਿਆ। ਉਹ ਕਹਿਣ ਲੱਗਾ ਵੀ ਮੈਂ ਵੱਡਾ। ਬੰਦਾ 4 ਕਿਤਾਬਾਂ ਪੜ੍ਹ ਲਵੇ, ਬੰਦੇ ਨੂੰ ਹੰਕਾਰ ਹੋ ਜਾਂਦਾ। ਤੁਸੀਂ ਵੇਖੋਗੇ ਬਹੁਤੇ ਪੜ੍ਹੇ ਲਿਖੇ ਹੁੰਦੇ ਆ ਜਿਹੜੇ ਨਾਮ ਨਾਲ ਨਹੀਂ ਜੁੜੇ ਹੁੰਦੇ, ਹਉਮੈ ਆ ਜਾਂਦੀ ਹੈ। ਕਿਸੇ ਨੂੰ ਕੁਰਸੀ ਮਿਲ ਗਈ ਅੱਜ ਤੇ ਉਹ ਬੰਦਾ ਕਹਿੰਦਾ ਮੇਰੇ ਵਰਗਾ ਕੌਣ ਆ, ਮੈਂ ਤਾਂ ਹੁਣ ਹੁਕਮ ਚਲਾਊਂਗਾ। ਉਹਨੇ ਸਮਝਿਆ, ਬ੍ਰਹਮਾ ਨੇ ਵੀ ਸਮਝਿਆ, 10ਵੇਂ ਪਾਤਸ਼ਾਹ ਜੀ ਕਹਿੰਦੇ ਵੀ ਮੇਰੇ ਵਰਗਾ ਤਾਂ ਮੈਂ ਹੀ ਆ। ਬਾਣੀ ਚਾਹੇ ਇੱਕ ਆਪ ਹੋਏ ਤਾਂ ਹੋਏ, ਵੀ ਹੋਰ ਕੋਈ ਨਹੀਂ। ਫਿਰ ਪ੍ਰਮਾਤਮਾ ਨੇ ਸੋਚਿਆ ਵੀ ਆਮ ਬੰਦੇ ਨੂੰ ਤਾਂ ਹੰਕਾਰ ਠੀਕ ਆ, ਮੰਨਦੇ ਆ ਵੀ ਹੋਵੇ, ਪਰ ਦੇਵਤਿਆਂ ਨੂੰ ਕਿਉਂ ਹੋਵੇ। ਕਮਾਲ ਦੀ ਗੱਲ ਹੋ ਗਈ, ਇਹ ਤਾਂ ਹੱਦ ਹੀ ਹੋ ਗਈ। ਗੁਰਮੁਖ ਪਿਆਰਿਓ, ਕਸ਼ਕਾਲ ਕੀ ਭੂ ਬਕਰ, ਛਿਤ ਡਾਰੀਆ ਜਿਮ ਸਕਰ। ਅਕਾਲ ਪੁਰਖ ਨੇ ਫਿਰ ਆਪਣੀ ਕਲਾ ਵਰਤਾਈ। ਬ੍ਰਹਮਾ ਨੂੰ ਗਿਆਨ ਦੇਣ ਵਾਸਤੇ ਉਹਨਾਂ ਨੇ ਉਹਨੂੰ ਬੱਜਰ ਵਾਂਗ ਸੁੱਟਿਆ ਜ਼ਮੀਨ ਤੇ ਬਹੁਤ, ਕਿਉਂਕਿ ਉਹਨੂੰ ਸਜ਼ਾ ਦੇਣੀ ਸੀਗੀ। ਦੇਖੋ ਭਾਈ, ਜੇ ਮੈਂ ਕੋਈ ਗਲਤ ਕਰਮ ਕਰੂੰਗਾ, ਕਾਨੂੰਨ ਆਪਾਂ ਨੂੰ ਸਜ਼ਾ ਦਿੰਦਾ ਨਾ। ਕਾਨੂੰਨ ਤੋਂ ਤਾਂ ਹੋ ਸਕਦਾ ਆਪਾਂ ਬਚ ਜੀਏ, ਬਹੁਤ ਭ੍ਰਿਸ਼ਟ ਲੋਕ ਬਚ ਜਾਂਦੇ ਆ, ਪਰ ਰੱਬ ਤੋਂ ਨਹੀਂ ਬਚ ਸਕਦਾ ਕੋਈ। ਜਬ ਗਿਰਿਓ ਭੂਤਰ ਆਣ, ਮੁਖ 4 ਵੇਦ ਨਿਦਾਨ। ਜੋ ਧਰਤੀ ਤੇ ਡਿੱਗਿਆ ਨਾ, 4 ਮੂੰਹ ਵਾਲਾ, ਵੀ ਭਾਵ ਕਿ ਇਹਦਾ ਦਿਮਾਗ ਇੰਨਾ ਸੀਗਾ। ਇਹ ਪ੍ਰਤੀਕ ਸ਼ਬਦ ਵੀ ਆਪਾਂ ਲੈ ਸਕਦੇ ਹਾਂ ਵੀ 4 ਮੂੰਹ ਵਾਲਾ, 4 ਮੂੰਹਾਂ ਵਾਲਾ ਵੇਦ ਦਾ ਖਜ਼ਾਨਾ ਬ੍ਰਹਮਾ ਜਦੋਂ ਆ ਗਿਆ ਨਾ, ਧਰਤੀ ਤੇ ਡਿੱਗਿਆ। ਆ ਕੇ ਇਹਨੂੰ ਅਹਿਸਾਸ ਹੋਇਆ ਮੈਥੋਂ ਭੁੱਲ ਹੋਈ ਆ, ਉੱਠ ਲੱਗ ਗਿਆ ਫਿਰ ਸੇਵ। ਉਦੋਂ ਸੇਵਾ 'ਚ ਲੱਗ ਗਿਆ। ਦੇਖੋ, ਇਹੀ ਇਹਨਾਂ ਦੀ ਪਛਾਣ ਹੁੰਦੀ ਆ ਦੇਵਤਿਆਂ ਦੀ। ਗਲਤੀ ਕੀਤੀ, ਪਛਤਾਏ, ਫਿਰ ਸੇਵਾ 'ਚ ਲੱਗ ਜਾਂਦੇ ਆ। ਇਹ ਸਿੱਖਿਆ ਲੈਣੀ ਚਾਹੀਦੀ ਆ। ਹੰਕਾਰ ਇਹਨਾਂ ਨੂੰ ਵੀ ਹੋ ਗਿਆ ਸੀਗਾ, ਪਰ ਇਹਨਾਂ ਨੇ ਭੁੱਲ ਬਖਸ਼ਾਈ ਆ। ਜੀ ਜਾਣ ਦੇਵ ਭੇਵ, ਬਹੁਤ ਸੇਵਾ ਕੀਤੀ। ਕਿੰਨੀ ਸੇਵਾ? ਮਹਾਰਾਜ ਕਹਿੰਦੇ ਦੇਖੋ ਭਾਈ, 10 ਲੱਖ ਬਰਖ ਪ੍ਰਮਾਣ, 10 ਲੱਖ ਸਾਲਾਂ ਤੱਕ ਰੱਬ ਦੀ ਸੇਵਾ ਕੀਤੀ ਆ। ਤੇ ਬ੍ਰਹਮਾ ਜੀ ਰੋਜ਼ ਅੱਗੇ ਅਰਦਾਸਾਂ ਕਰਦੇ ਆ ਪਰਮੇਸ਼ਰ ਦੇ ਵੀ ਮੇਰੇ ਤੇ ਕਿਰਪਾ ਕਰੋ, ਮੇਰਾ ਉਧਾਰ ਕਰੋ। ਅਸ ਦੇਹ ਦੇਵ ਵਿਚਾਰ, ਮੈਥੋਂ ਗਲਤੀਆਂ ਹੋ ਗਈਆਂ, ਮੈਥੋਂ ਭੁੱਲਾਂ ਹੋ ਗਈਆਂ,
ਮੈਨੂੰ ਹੰਕਾਰ ਹੋ ਗਿਆ, ਕਿਰਪਾ ਕਰੋ ਮੇਰੇ ਤੇ। ਦੇਵੋ ਬਾਚ ਮਨ ਚਿੱਤ ਕੈ ਕਰ ਸੇਵ, ਤਵ ਰੀਝ ਹੈ ਗੁਰਦੇਵ। ਫਿਰ ਵਿਸ਼ਨੂੰ ਨੇ ਆਕਾਸ਼ ਬਾਣੀ ਕੀਤੀ ਆ। ਉਦੋਂ ਫਿਰ ਕਲਗੀਧਰ ਮਹਾਰਾਜ ਕਹਿੰਦੇ, ਵਿਸ਼ਨੂੰ ਨੇ ਆਕਾਸ਼ ਬਾਣੀ ਰਾਹੀਂ ਬ੍ਰਹਮਾ ਨੂੰ ਕਿਹਾ ਵੀ ਜੇ ਤੁਸੀਂ ਮਨ ਲਾ ਕੇ ਪਰਮਾਤਮਾ ਦੀ ਸੇਵਾ ਕਰੋਗੇ ਨਾ, ਉਹ ਤੁਹਾਡੀ ਇੱਛਾ ਪੂਰੀ ਕਰੇਗਾ। ਫਿਰ ਬ੍ਰਹਮਾ ਨੇ ਜਦੋਂ ਬਚਨ ਸੁਣੇ ਤੇ ਧਰਵਕ ਗਿਆ, ਚਿੱਤ ਵਿੱਚ ਵਿਚਾਰ ਕੀਤੀ, ਫਿਰ ਉੱਠ ਕੇ ਹਰੀ ਦੀ ਸੇਵਾ ਵਿੱਚ ਲੱਗਿਆ। ਦੇਵਤਿਆਂ ਨੇ ਆਕਾਸ਼ ਬਾਣੀ ਦੁਆਰਾ ਆਖਿਆ, ਵਿਸ਼ਨੂੰ ਨੇ ਵੀ ਇਹੀ ਕਿਹਾ। ਮਹਾਰਾਜ ਕਹਿੰਦੇ, ਪਰ ਪਾਏ ਚੰਡ ਪ੍ਰਚੰਡ, ਇਹ ਮੰਡ ਦੁਸ਼ਟ ਅਖੰਡ, ਕਿ ਦੁਸ਼ਟਾਂ ਦਾ ਨਾਸ ਕਰਨ ਵਾਲੀ ਪ੍ਰਚੰਡ ਚੰਡੀ ਦਾ ਧਿਆਨ ਕਰੋ, ਪਰਮਾਤਮਾ ਦਾ। ਇਹ ਸ਼ਰਾਪ ਫਿਰ ਹੀ ਪੂਰਾ ਹੋਵੇਗਾ ਜਦੋਂ ਤੁਸੀਂ ਅਕਾਲ ਪੁਰਖ ਦਾ ਜਾਪ ਕਰੋਗੇ। ਇਹ ਵਿਸ਼ਨੂੰ ਨੇ ਬ੍ਰਹਮਾ ਜੀ ਨੂੰ ਗੱਲ ਕਹੀ ਆ। ਤਾਂ ਇੱਥੇ ਮਹਾਰਾਜ ਜੀ ਇਹ ਗੱਲ ਸਪਸ਼ਟ ਕਰ ਦਿੰਦੇ ਸਾਰੀ ਵੀ ਵਿਸ਼ਨੂੰ ਤੋਂ ਵੀ ਉੱਪਰ ਕੋਈ ਭਗਵਾਨ ਜੀ ਹਨ। ਕਈ ਲੋਕ ਵਿਸ਼ਨੂੰ ਨੂੰ ਰੱਬ ਕਹਿੰਦੇ ਆ। ਵਿਸ਼ਨੂੰ, ਬ੍ਰਹਮਾ, ਸਾਰੇ ਮਹੇਸ਼, ਸ਼ਿਵ ਵਰਗੇ ਜਿੰਨੇ ਵੀ ਦੇਵਤੇ ਆ, ਰੱਬ ਦੇ ਹੁਕਮ 'ਚ ਆ। ਰੱਬ ਇਹਨਾਂ ਤੋਂ ਸਭ ਤੋਂ ਉੱਪਰ ਆ। ਉਠ ਲਾਗ ਕਾਲ ਜਪਨ, ਤੇ ਇਹ ਫਿਰ ਹੱਠ ਤਿਆਗ ਆਵ ਸ਼ਰਨ। ਜਿਹੜੇ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦੇ ਆ, ਉਹੀ ਬੰਦੇ ਧਰਤੀ ਤੇ ਧਨ ਹੁੰਦੇ ਆ। ਉਹਨਾਂ ਨੂੰ ਕਿਸੇ ਦਾ ਡਰ ਨਹੀਂ ਰਹਿੰਦਾ, ਉਹਨਾਂ ਦੇ ਸਾਰੇ ਕਾਰਜ ਪੂਰੇ ਹੋ ਜਾਂਦੇ ਆ। ਕਿਹਾ ਜਾਂਦਾ 10 ਲਛ ਬਰਖ ਪ੍ਰਮਾਣ, ਰਿਓ ਠਾੜ ਏਕ ਪਗਾਨ। 10 ਲੱਖ ਸਾਲ ਬ੍ਰਹਮਾ ਇੱਕ ਲੱਤ ਤੇ ਖੜ ਕੇ ਉਹਨੇ ਬੰਦਗੀ ਕੀਤੀ, ਇੰਨੀ ਦਿਲ ਲਾ ਕੇ ਸੇਵਾ ਕੀਤੀ। ਤਬ ਰੀਝ ਗਏ ਗੁਰਦੇਵ, ਚਿਤ ਲਾਏ ਕੀਨੀ ਸੇਵ। ਇੰਨੇ ਸਾਲ ਸੇਵਾ ਕੀਤੀ, ਗੁਰਦੇਵ ਜੀ ਪ੍ਰਸੰਨ ਹੋ ਗਏ। ਤਬ ਭਇਓ ਸੋ ਐਸ ਉਚਾਰ, ਹਾਂ ਆਹੇ ਗਰਭ ਪ੍ਰਹਾਰ। ਫਿਰ ਆਕਾਸ਼ ਬਾਣੀ ਹੋਈ, ਮੈਂ ਘਮੰਡ ਨੂੰ ਤੋੜਨ ਵਾਲਾ, ਮੈਂ ਕਿਸੇ ਦਾ ਘਮੰਡ ਨਹੀਂ ਰਹਿਣ ਦਿੰਦਾ। ਮੈਂ ਗਰਭ ਕਹੂ ਨਾ ਸ਼ੋਰ, ਸਭ ਕੀਨ ਜੇਰ ਮਰੋਰ। ਕਿਉਂਕਿ ਮੈਂ ਸਾਰਿਆਂ ਨੂੰ ਆਪਣੇ ਅਧੀਨ ਕੀਤਾ ਹੋਇਆ। ਬ੍ਰਹਮਾ, ਤੂੰ ਘਮੰਡ ਕੀਤਾ, ਮੈਨੂੰ ਇਹ ਗੱਲ ਚੰਗੀ ਨਹੀਂ ਲੱਗੀ। ਦੇਵਤੇ, ਅਵਤਾਰ ਘਮੰਡ ਕਰਦੇ ਚੰਗੇ ਨਹੀਂ ਲੱਗਦੇ ਹੁੰਦੇ। ਹੁਣ ਮੈਂ ਇੱਕ ਵਿਚਾਰ ਬਣਾਇਆ, ਆਕਾਸ਼ ਬਾਣੀ ਦੇ ਵਿੱਚੋਂ ਆਵਾਜ਼ਾਂ ਆ ਰਹੀਆਂ, ਮੈਂ ਤੈਨੂੰ ਦੱਸਦਾ ਤੇਰਾ ਉਧਾਰ ਕਿਵੇਂ ਹੋਊਗਾ। ਧਰ ਸਪਤ ਭੂਮ ਅਵਤਾਰ, ਤਬ ਹੋਏ ਤੋਹੇ ਉਧਾਰ। ਤੂੰ ਧਰਤੀ ਤੇ 7 ਅਵਤਾਰ ਧਾਰਨ ਕਰ, ਤੇਰਾ ਉਧਾਰ ਹੋਵੇਗਾ। ਬ੍ਰਹਮਾ ਨੇ ਕਿਹਾ 7 ਬਚਨ, ਧਰਤੀ ਤੇ ਨਵੇਂ ਜਨਮ ਧਾਰਨ ਕਰਾਂਗਾ। ਮੇਰੀ ਨਿੰਦਿਆ ਉਸਤਤੀ ਜਿੰਨੀ ਵੀ ਹੋਵੇਗੀ, ਬ੍ਰਹਮਾ ਨੇ ਕਿਹਾ ਵਾਹਿਗੁਰੂ ਜੀ, ਮੈਂ ਤੁਹਾਨੂੰ ਕਦੇ ਨਹੀਂ ਭੁਲਾਵਾਂਗਾ। ਕਿਉਂਕਿ ਪਰਮਾਤਮਾ ਨੇ ਕਈ ਵਾਰ ਅਵਤਾਰਾਂ ਨੂੰ ਭੇਜ ਦੇਣਾ, ਉਹਨਾਂ ਨੇ ਆਪਣਾ ਨਾਮ ਹੀ ਜਪਾਉਣਾ ਸ਼ੁਰੂ ਕਰ ਦੇਣਾ ਤੇ ਰੱਬ ਨੂੰ ਭੁੱਲ ਜਾਂਦੇ ਸੀ। ਹੁਣ ਇੱਥੇ ਆਕਾਸ਼ ਬਾਣੀ ਵਿੱਚ ਹੋਰ ਵੀ ਗੱਲਾਂ ਮਹਾਰਾਜ ਕਹਿੰਦੇ ਕੀ ਹੋਈਆਂ। ਹੁਣ ਬ੍ਰਹਮਾ ਨੂੰ ਸ਼ਰਾਪ ਹੋਇਆ ਪਿਆ, ਉਹ ਸ਼ਰਾਪ ਤੋਂ ਮੁਕਤ ਹੋਣ ਲਈ ਹਰ ਚੀਜ਼ ਕਰਨੀ ਚਾਹੁੰਦਾ, ਕਿਉਂਕਿ ਉਹਨੂੰ ਆਇਆ ਮੈਂ ਆਪਣੀ ਜਗ੍ਹਾ ਤੇ ਵਾਪਸ ਜਾਵਾਂ। ਇੱਕ ਵਿਸ਼ਨ ਮੋਹੇ ਧਿਆਨ, ਇੱਕ ਵਿਸ਼ਨੂੰ ਨਾਮੀ ਦੇਵਤਾ ਹੋਇਆ। ਰੱਬ ਜੀ ਨੇ ਕਿਹਾ, ਉਹ ਆਕਾਸ਼ ਬਾਣੀ ਵਿੱਚ ਉਹਨੇ ਮੇਰਾ ਸਿਮਰਨ ਕੀਤਾ, ਬਹੁਤ ਖੁਸ਼ ਹੋਇਆ, ਜੋ ਮੰਗਿਆ ਮੈਂ ਉਹਨੂੰ ਦਿੱਤਾ। ਮੇਰੇ ਤੇ ਉਹਦੇ ਵਿੱਚ ਹੁਣ ਕੋਈ ਫਰਕ ਨਹੀਂ। ਇਹ ਗੱਲ ਸਾਰੇ ਲੋਕ ਜਾਣਦੇ ਆ, ਕਿਉਂਕਿ ਵਿਸ਼ਨੂੰ ਨੇ ਮੰਗੀ ਭਗਤੀ, ਮੈਂ ਉਹਨੂੰ ਦੇ ਦਿੱਤੀ। ਕੁਝ ਲੋਕ ਵਿਸ਼ਨੂੰ ਨੂੰ ਰੱਬ ਮੰਨਦੇ ਆ, ਉਹਨੇ ਨਾਮ ਜਪ ਕੇ ਮੇਰਾ ਰੂਪ ਹੀ ਹੋ ਗਿਆ। ਤਾਂ ਹਰ ਕਾ ਸੇਵਕ ਸੋ ਹਰ ਜਿਹਾ, ਤਿਨ ਜਾਨ ਹੈ ਕਰਤਾਰ, ਸਭ ਲੋਕ ਲੋਕ ਪਹਾਰ। ਕੁਝ ਲੋਕ ਕਹਿ ਦਿੰਦੇ ਆ ਪਰਮਾਤਮਾ ਨੇ ਕਿਹਾ ਵਿਸ਼ਨੂੰ ਹੀ ਰੱਬ ਆ। ਜਦੋਂ ਅਵਤਾਰ ਧਾਰਨ ਕਰੇਗਾ, ਜੋ ਕਰਮ ਕਰੇਗਾ, ਬ੍ਰਹਮ ਕੁਮਾਰ ਜੀ ਤੁਸੀਂ ਉਹਦਾ ਵਰਣਨ ਕਰਿਓ। ਸੋ ਕਥੋ ਅਵਚਾਰ, ਸੁਣ ਲਿਓ ਬ੍ਰਹਮ ਕੁਮਾਰ। ਵਿਸ਼ਨੂੰ ਜੀ ਅਵਤਾਰ ਧਾਰਨਗੇ ਸ਼੍ਰੀ ਰਾਮ ਚੰਦਰ ਜੀ ਦਾ, ਤੇ ਤੁਸੀਂ ਉਹਨਾਂ ਦੀ ਕਥਾ ਲਿਖਣੀ ਆ। ਨਰਾਜ ਛੰਦ ਵਿੱਚ 10ਵੇਂ ਪਾਤਸ਼ਾਹ ਜੀ ਨੇ ਲਿਖਿਆ, ਸੋ ਧਾਰ ਮਨੁੱਖੀ ਬਪੰ, ਸੰਭਾਰ ਰਾਮ ਜਾਗ ਹੈ, ਵਿਸਾਰ ਸ਼ਸਤਰ ਅਸਤਰਨੰ, ਜੁਝਾਰ ਸਤਰ ਭਾਗ ਹੈ। ਤੁਸੀਂ ਮਨੁੱਖ ਦਾ ਸਰੀਰ ਧਾਰਨ ਕਰਕੇ ਸ਼੍ਰੀ ਰਾਮ ਚੰਦਰ ਜੀ ਦੀ ਕਥਾ ਲਿਖਣੀ ਆ, ਤੇ ਰਾਮ ਦੇ ਪ੍ਰਤਾਪ ਅੱਗੇ ਦੁਸ਼ਮਣ ਅਸਤਰ ਸ਼ਾਸਤਰ ਛੱਡ ਕੇ ਭੱਜ ਜਾਣਗੇ। ਕਿਉਂਕਿ ਵਿਸ਼ਨੂੰ ਜੀ ਦਾ ਅਵਤਾਰ। ਜਿਹੜੀ ਵੀ ਕਥਾ ਹੋਵੇਗੀ ਤੁਸੀਂ ਉਹਨੂੰ ਸੁਧਾਰ ਕੇ ਲਿਖਣਾ ਹੈ। 1000 ਕੋ ਨਾ ਕਿਉਂ ਕਰੋ ਵਿਚਾਰ, ਸ਼ਬਦ ਰਾਖੀਓ। ਹਜ਼ਾਰਾਂ ਕਠਿਨਾਈਆਂ ਦੇ ਬਾਵਜੂਦ ਸ਼ਬਦਾਂ ਦੀ ਚੋਣ ਕਰਕੇ ਸੋਹਣੀ ਕਵਿਤਾ ਜਿਹੜੀ ਆ ਉਹ ਬਣਾ ਕੇ ਪੇਸ਼ ਕਰਿਓ। ਇਹ ਗੱਲ ਨੂੰ ਫਿਰ ਬ੍ਰਹਮਾ ਨੇ ਮੰਨਣਾ ਹੀ ਪੈਣਾ ਸੀ। ਰੱਬ ਦੇ ਅੱਗੇ ਕਿਹਦਾ ਜ਼ੋਰ ਆ ਜੀ, ਕਿਸੇ ਦਾ ਜ਼ੋਰ ਨਹੀਂ। ਆਪਾਂ ਨੂੰ ਵੀ ਅਖੀਰ ਤੇ
ਭਾਣਾ ਮੰਨਣਾ ਪੈਂਦਾ। ਕੋਈ ਵੀ ਗੱਲ ਹੋ ਜੇ ਆਪਾਂ ਕਰ ਕੀ ਸਕਦੇ ਹਾਂ, ਕੀ ਕਰ ਸਕਦੇ ਹਾਂ, ਉਹ 'ਤੇ ਹੁਕਮ ਨਹੀਂ ਚੱਲ ਸਕਦਾ ਆਪਣਾ। ਅਤੇ ਭਾਵੇਂ ਰੋ ਕੇ ਮੰਨ ਲਈਏ, ਹੱਸ ਕੇ ਮੰਨ ਲਈਏ, ਭਾਣਾ ਮੰਨਣਾ ਪੈਂਦਾ। ਚਿਤਾਰ ਬੈਣ ਵਾਕਿਸੰ ਵਿਚਾਰ ਬਾਲਮੀਕ ਭਇਓ। ਇਹ ਗੱਲ ਮੰਨ ਕੇ ਬ੍ਰਹਮਾ ਜੀ ਬਾਲਮੀਕ ਰਿਸ਼ੀ ਜੀ ਦੇ ਰੂਪ ਵਿੱਚ ਪ੍ਰਗਟ ਹੋਏ। ਉਹਨਾਂ ਨੇ ਮਹਾਬਲੀ ਸ਼੍ਰੀ ਰਾਮ ਚੰਦਰ ਜੀ ਨੇ ਜੋ ਕੌਤਕ ਕੀਤੇ ਸਾਰੇ ਕਾਰਜ ਲਿਖੇ ਆ। ਉਹਨਾਂ ਨੇ ਆਮ ਲੋਕਾਂ ਨੂੰ ਲੁਭਾਏਮਾਨ ਕਰਨ ਵਾਲੀ 7 ਖੰਡਾਂ ਵਾਲੀ ਰਾਮਾਇਣ ਦੀ ਸੁਧਾਰ ਪੂਰਵਕ ਰਚਨਾ ਕੀਤੀ ਆ। ਤਾਂ ਇਵੇਂ ਇਹ ਉਪ ਅਵਤਾਰ ਬਣ ਕੇ ਸੋ ਧਾਰ ਅਵਤਾਰ ਕੋ ਵਿਚਾਰ ਦੂਜ ਭਾਖ ਹੈ, ਵਿਸ਼ੇਕ ਚਤਰਯਾਨ ਕੇ ਅਸੇਕ ਸਵਾਦ ਚਾਖ ਹੈ। ਬ੍ਰਹਮਾ ਜੀ ਨੇ ਪਹਿਲਾ ਅਵਤਾਰ ਧਾਰਨ ਕੀਤਾ, ਆਪਣੇ ਵਿਚਾਰਾਂ ਨੂੰ ਪ੍ਰਗਟ ਕੀਤਾ, ਰੱਬ ਦਾ ਨਾਮ ਜਪਿਆ। ਦੇਖੋ, ਕਵੀ ਹੋਣਾ ਬਹੁਤ ਇੱਕ ਆਮ ਕਵੀ ਆਪਾਂ ਕਹਿੰਦੇ ਜੋੜ ਕੇ ਗੱਲਾਂ ਲਿਖਦਾ, ਕਿੰਨਾ ਵਧੀਆ ਲਿਖਦਾ। ਹੁਣ ਰੱਬ ਦੇ ਬਾਰੇ, ਅਵਤਾਰਾਂ ਬਾਰੇ ਲਿਖਣ ਲਈ ਦਿਮਾਗ ਕਿੰਨਾ ਚਾਹੀਦਾ। ਤਾਂ ਇਹ ਬ੍ਰਹਮਾ ਜੀ ਨੇ ਅਵਤਾਰ ਧਾਰਨ ਕੀਤਾ। ਈਸ਼ਵਰ ਜੀ ਜਿਹੜੇ ਸੀਗੇ ਉਹਨਾਂ ਨੇ ਸ਼ਰਾਪ ਦਿੱਤਾ, ਬ੍ਰਹਮੇ ਨੂੰ ਹੰਕਾਰ ਹੋਇਆ। ਫਿਰ ਇੱਕ ਪੈਰ 'ਤੇ ਖੜ ਕੇ ਕਈ ਸਾਲ, ਤੇ ਮਹਾਰਾਜ ਨੇ ਜੀ ਤਾਂ ਲਿਖ ਦਿੱਤਾ 10 ਲੱਖ ਸਾਲ ਇੱਕ ਲੱਤ 'ਤੇ ਖੜਿਆ ਰਿਹਾ ਬ੍ਰਹਮਾ, ਵੀ ਆਪਦੀ ਭੁੱਲ ਬਖਸ਼ਾਉਣ ਲਈ। ਪਹਿਲਾਂ ਬੰਦਿਆਂ ਦੀਆਂ ਉਮਰਾਂ, ਦੇਵਤਿਆਂ ਦੀਆਂ ਉਮਰਾਂ, ਅਵਤਾਰਾਂ ਦੀਆਂ ਉਮਰਾਂ ਇੰਨੀਆਂ ਹੀ ਹੁੰਦੀਆਂ ਸੀਗੀਆਂ। ਹੁਣ ਉਮਰ ਜਿਹੜੀ ਘਟ ਰਹੀ ਆ, ਪਹਿਲਾਂ 100 ਸਾਲ ਹੁੰਦੀ ਸੀ, ਹੁਣ 60-70 ਰਹਿ ਗਈ। ਇਦੋਂ ਵੀ ਥੱਲੇ ਚਲੀ ਜਾਣੀ ਹੈ ਜੇ ਇੱਦਾਂ ਦੀ ਖੁਰਾਕ ਰਹਿ ਗਈ। ਲੋਕਾਂ ਨੇ ਯਕੀਨ ਨਹੀਂ ਕਰਿਆ ਕਰਨਾ ਵੀ 100 ਸਾਲ ਬੰਦੇ ਜਿਉਂਦੇ ਸੀਗੇ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ, ਆਪਾਂ ਜਿਵੇਂ ਯਕੀਨ ਨਹੀਂ ਕਰਦੇ ਵੀ ਇੰਨੇ ਸਾਲ ਬੰਦੇ ਦੀ ਉਮਰ ਹੋ ਸਕਦੀ ਆ। ਅਤੇ ਕੁਝ ਲੋਕ ਪਹਿਲਾਂ ਯਕੀਨ ਨਹੀਂ ਸੀ ਕਰਦੇ ਵੀ ਆਪਸ ਵਿੱਚ ਗੱਲ ਇਉਂ ਹੋ ਜਾਇਆ ਕਰੂਗੀ। 7 ਸਮੁੰਦਰੋਂ ਪਾਰ ਆਪਾਂ ਇੱਕ ਦੂਜੇ ਦਾ ਚਿਹਰਾ ਵੇਖ ਲਿਆ ਕਰਾਂਗੇ, ਤਾਂ ਝੂਠ ਬੋਲੀ ਜਾਂਦੇ ਆ। ਤਾਂ ਸਮੇਂ ਦੇ ਹਿਸਾਬ ਨਾਲ ਭਾਈ ਚੀਜ਼ਾਂ ਹੋ ਜਾਂਦੀਆਂ। ਤਾਂ ਫਿਰ ਬ੍ਰਹਮਾ ਜੀ ਨੇ ਜਦੋਂ ਰਿਖੀ ਜੀ ਬਣ ਕੇ, ਬਾਲਮੀਕ ਜੀ ਬਣ ਕੇ ਅਵਤਾਰ ਧਾਰਨ ਕਰ ਲਿਆ ਨਾ, ਉਦੋਂ ਕੀ ਹੋਇਆ ਉਦੋਂ ਚੇਤਾਰ ਕਿਰਪਾ ਕਾਲ ਕੀ ਜੋ ਚਾਹੀਏ ਸੋ ਭਾਖੀਏ। ਰੱਬ ਦੀ ਏਡੀ ਕਲਾ ਵਰਤੀ, ਸੁੰਦਰ ਮਹਾਕਾਵ ਰਮਾਇਣ ਦੀ ਇਹਨਾਂ ਨੇ ਰਚਨਾ ਕੀਤੀ ਹੈ। ਸੁਕ੍ਰਿਤ ਕਾਵ ਕਿਤ ਕੀ ਕਬੀਸ ਔਰ ਦੇਹੇਂਗੇ, ਨਾ ਸ਼ੰਕ ਚਿਤੇ ਆਨੀਐ ਬਣਾਏ ਆਪ ਲੇਹੇਂਗੇ। ਭਾਵ ਕਿ ਸ਼ੰਕਾ ਤੋਂ ਬਗੈਰ ਕਿਸੇ ਸੁੰਦਰ ਰਚਨਾ ਜਿਹੜੀ ਕੋਈ ਲਿਖ ਹੀ ਨਹੀਂ ਸਕਿਆ, ਤੇ ਨਾ ਹੀ ਮਹਾਰਾਜ ਕਹਿੰਦੇ ਇਹੋ ਜਿਹੀ ਕੋਈ ਰਚਨਾ ਰਮਾਇਣ ਕੋਈ ਲਿਖ ਸਕੇਗਾ। ਉਹਦੇ ਸਾਹਮਣੇ ਸਮਾਨ ਗੁੰਗ ਕੇ ਕਵੰਗ ਸੋ ਕਹਿ ਸਕਾਬ ਭਾਕ ਹੈ। ਸਾਰੇ ਕਵੀ ਗੂੰਗੇ ਸੀਗੇ, ਕਿਵੇਂ ਉਹਦੇ ਵਰਗੀ ਕਵਿਤਾ ਰਚ ਲੈਣਗੇ। ਦੇਖੋ ਜੀ, ਇਹ ਉਪ ਅਵਤਾਰ ਹੋਏ ਆ। ਅਵਤਾਰ ਤੇ ਆਮ ਬੰਦੇ 'ਚ ਫਰਕ ਹੁੰਦਾ। ਉਹਨਾਂ ਨੇ ਅਕਾਲ ਪੁਰਖ ਦੀ ਕਿਰਪਾ ਨਾਲ ਗ੍ਰੰਥ ਦੀ ਰਚਨਾ ਕੀਤੀ, ਰੱਬ ਦੀ ਕਿਰਪਾ ਨਾਲ। ਇੱਥੇ ਅਕਾਲ ਕਾਲ ਕੀ ਕਿਰਪਾ ਬਨਾਏ ਗ੍ਰੰਥ ਰਾਖ ਹੈ, ਸੋ ਭਾਖ ਕੌਮ ਦੀ ਪੜ੍ਹੈ ਗੁਨੀ ਸੇਖ ਰੀਜ ਹੈ। ਭਾਸ਼ ਕੌਮ ਦੀ ਵਿਦਵਾਨ ਵੀ ਉਹਨੂੰ ਗ੍ਰੰਥ ਨੂੰ ਪੜ੍ਹ ਕੇ ਖੁਸ਼ ਹੁੰਦੇ ਸੀ। ਵੱਡੇ ਵੱਡੇ ਵਿਦਵਾਨਾਂ ਨੇ ਜਦੋਂ ਰਿਸ਼ੀ ਜੀ ਦੀ ਪੜ੍ਹਨੀ ਨਾ, ਬਾਲਮੀਕ ਜੀ ਦੀ ਇਹ ਰਮਾਇਣ, ਕਹਿਣਾ ਵੀ ਅਸੀਂ ਤਾਂ ਇਹਦੇ ਸਾਹਮਣੇ ਕੁਝ ਵੀ ਨਹੀਂ। ਉਹ ਖਿੱਝ ਵੀ ਜਾਂਦੇ ਸੀ ਵੀ ਇਹ ਸਾਡੇ ਤੋਂ ਅੱਗੇ ਲੰਘ ਗਿਆ। ਉਹਨਾਂ ਨੂੰ ਕੀ ਪਤਾ ਵੀ ਇਹ ਬ੍ਰਹਮੇ ਦਾ ਅਵਤਾਰ ਆ, ਉਹਨਾਂ ਨੂੰ ਨਹੀਂ ਪਤਾ। ਵਿਚਿੱਤਰ ਕਾਵਿ ਕੀ ਕਥਾ ਪਵਿੱਤਰ ਆਜ ਬਾਖੀ ਹੈ, ਸੋ ਸਿੱਧ ਬ੍ਰਿਧ ਦਾਇਨੀ ਸਾ ਮਿਰਦ ਬੈਣ ਰਾਖੀਏ। ਮਹਾਰਾਜ ਜੀ ਕਹਿੰਦੇ ਭਾਈ ਇਹ ਕਥਾ ਜਿਹੜੀ ਆ ਬਹੁਤ ਗੁਣਾਂ ਨਾਲ ਭਰਪੂਰ ਆ, ਵੀ ਬੰਦੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਫਰਮਾਉਂਦੇ ਆ, ਪਵਿੱਤਰ ਨਿਰਮਲੀ ਮਹਾ ਵਿਚਿੱਤਰ ਕਾਵ ਕਥੀ ਹੈ। ਲੋਕ ਜਿਹੜੇ ਆ ਇਹ ਰਾਮਾਇਣ ਦੀ ਕਥਾ ਨੂੰ ਬਹੁਤ ਪਵਿੱਤਰ ਮੰਨਦੇ ਆ। ਕਿਉਂ? ਸੋ ਸੇਵ ਕਾਲ ਦੇਵਕੀ ਅਭੇਵ ਜਾਨ ਕੀਜੀਏ। ਜਦੋਂ ਗੁਰੂ ਮਹਾਰਾਜ ਕੋਲੋਂ ਪੁੱਛੀਏ ਵੀ ਮਹਾਰਾਜ ਕਿਉਂ ਪਵਿੱਤਰ ਮੰਨਦੇ ਆ, ਗੁਰੂ ਸਾਹਿਬ ਜੀ ਕਹਿੰਦੇ ਰਾਮਾਇਣ ਦੇ ਵਿੱਚ ਇੱਕ ਗੱਲ ਲਿਖੀ ਆ। ਉਹ ਕੀ ਆ? ਰਾਮਾਇਣ ਵਿੱਚ ਇਹ ਉਪਦੇਸ਼ ਆ, ਅਕਾਲ ਪੁਰਖ ਦੀ ਸੇਵਾ ਕਰਨੀ ਚਾਹੀਦੀ ਆ। ਹੋਰ ਕੀ ਲਿਖਿਆ? ਸਵੇਰੇ ਉੱਠ ਕੇ ਪ੍ਰਭਾਤ ਉੱਠ ਤਾਸ ਕੋ ਮਹਾਤ ਨਾਮ ਲੀਜੀਏ। ਪਰਮਾਤਮਾ ਦਾ ਨਾਮ ਦਾ ਸਿਮਰਨ ਕਰਨਾ ਚਾਹੀਦਾ, ਇਹ ਰਾਮਾਇਣ ਕਹਿੰਦੀ ਹੈ। ਤੇ ਉਹਦੇ ਨਾਂ ਦੀ ਮਹਿਮਾ ਦੇ ਨਾਲ ਅਨੇਕਾਂ ਦੁਸ਼ਮਣ ਜਿਹੜੇ ਆ ਮਾਰੇ ਜਾਂਦੇ ਆ, ਅਣਗਿਣਤ ਪ੍ਰਕਾਰ ਦੇ ਦਾਨ ਦਿੱਤੇ ਜਾਂਦੇ ਆ। ਜਿਹੜਾ ਬੰਦਾ ਰੱਬ ਦਾ ਨਾਮ ਜਪਦਾ ਉਹ ਪਰਮਾਤਮਾ ਸੋ ਪਾਨ ਰਾਖ ਆਪਣੂ, ਉਹ ਰੱਬ ਸਾਡੇ ਸਿਰ ਤੇ ਹੱਥ ਰੱਖ ਕੇ ਸਾਡੇ ਮੂਰਖਾਂ ਦੀ ਰੱਖਿਆ ਕਰਦਾ। ਇਹ ਰਾਮਾਇਣ ਦੇ ਵਿੱਚ ਇਹ ਗੱਲ ਮਹਾਰਾਜ ਕਹਿੰਦੇ ਲਿਖੀ ਆ। ਨਾ ਸੰਤ ਬਾਰ ਬਾਕ ਹੈ ਸੰਤ ਯੂਜ ਹੈ ਵਲੀ।
ਤਾਂ ਉਹ ਮਹਾਂਪੁਰਖ ਜਿਹੜਾ ਰੱਬ ਦਾ ਨਾਮ ਜਪਦਾ ਉਹਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਅਨੇਕਾਂ ਹੀ ਸੂਰਮੇ ਆ ਭਾਵੇਂ। ਤਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਆ ਨਾ ਵੀ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿੱਜੇ ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ। ਤਾਂ ਉਹ ਬੰਦੇ ਦਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਜਿਹੜਾ ਗੁਰੂ ਮਹਾਰਾਜ ਦੀ ਸ਼ਰਨੀ ਪੈਂਦਾ ਅਕਾਲ ਪੁਰਖ ਦੀ। ਬਸੇਕ ਸੈਨ ਭਾਜ ਹੈ ਸਿਤੰਗ ਸਰੇਣ ਨਿਰਦਲੀ ਕਿ ਆਨ ਆਪ ਹਾਥ ਦੇ ਬਚਾਏ ਮੋਹ ਲੇਹੇਂਗੇ ਦੁਰੰਤ ਘਾਟਿਓ ਕਟੇ ਕੇ ਦੇਖਣੇ ਨਾ ਦੇਹੇਂਗੇ। ਮਹਾਰਾਜ ਬੜਾ ਸੁੰਦਰ ਬਚਨ ਕਰੀ ਜਾਂਦੇ ਇੱਥੇ। ਦੇਖੋ ਭਾਈ ਵੀ ਪਰਮਾਤਮਾ ਆਪਣੀ ਕਿਰਪਾ ਨਾਲ ਬਚਾ ਲੈਂਦਾ, ਅਵਤਾਰਾਂ ਨੂੰ ਜਿਤਾ ਦਿੰਦਾ, ਜਿੱਤ ਉਹਦੀ ਹੁੰਦੀ ਹੈ। ਇਸ ਕਰਕੇ ਭਾਈ ਮੈਨੂੰ ਕਦੇ ਵੀ ਦੁਖਦਾਇਕ ਹਾਲਤ ਨਹੀਂ ਦੇਖਣੀ ਪੈਂਦੀ ਜਦੋਂ ਮੈਂ ਗੁਰੂ ਦੀ ਸ਼ਰਨੀ ਪੈਣਾ, ਰੱਬ ਦੀ ਸ਼ਰਨੀ ਪੈਣਾ। ਮਹਾਰਾਜ ਨੇ ਸਾਰਾ ਕ੍ਰੈਡਿਟ ਪਰਮਾਤਮਾ ਪਰਮੇਸ਼ਰ ਨੂੰ ਦਿੱਤਾ। ਅਵਤਾਰਾਂ ਨੂੰ ਬ੍ਰਹਮਾ ਚਾਹੇ ਵਿਸ਼ਨੂੰ ਮਹੇਸ਼ ਸ਼੍ਰੀ ਰਾਮਚੰਦਰ ਸ਼ਿਵ ਹਨ, ਇਹਨਾਂ ਨੂੰ ਸੈਕਿੰਡ ਨੰਬਰ ਤੇ ਮਹਾਰਾਜ ਨੇ ਦੂਜੇ ਨੰਬਰ ਤੇ ਰੱਖਿਆ ਹੋਇਆ, ਅਕਾਲ ਪੁਰਖ ਨੂੰ ਸਭ ਤੋਂ ਉੱਪਰ ਰੱਖਿਆ। ਇਹ ਗੱਲ ਤੁਸੀਂ ਚੇਤੇ ਰੱਖਣੀ ਆ। ਤੇ ਸਾਰਾ ਇਤ ਸ੍ਰੀ ਬਚਿੱਤਰ ਨਾਟਕ ਗ੍ਰੰਥੇ ਬ੍ਰਹਮਾਪਤ ਆਗਿਆ ਵਾ ਪ੍ਰਥਮ ਅਵਤਾਰ ਬਾਲਮੀਕ ਸਮਾਪਤਮ ਸਤ ਸੁਭਮ ਸਤ ਅਫਜੂ। ਤਾਂ ਇਹ ਸ਼੍ਰੀ ਬਚਿੱਤਰ ਨਾਟਕ ਦੇ ਵਿੱਚ ਗੁਰਮੁਖੋ ਬ੍ਰਹਮਾ ਜੀ ਨੂੰ ਆਗਿਆ ਤੇ ਪਹਿਲਾ ਅਵਤਾਰ ਰਿਸ਼ੀ ਬਾਲਮੀਕ ਜੀ ਵਾਲਾ ਇੱਥੇ ਸਮਾਪਤ ਹੁੰਦਾ। ਇਹਦੇ ਵਿੱਚੋਂ ਸਿੱਖਿਆ ਜਿਹੜੀ ਪੱਲੇ ਬੰਨਣ ਵਾਲੀ ਮਿਲਦੀ, ਹੰਕਾਰ ਨਹੀਂ ਕਰਨਾ ਚਾਹੀਦਾ। ਚਾਹੇ ਅਵਤਾਰ ਆ ਚਾਹੇ ਕੋਈ ਰਿਸ਼ੀ ਆ, ਹਰ ਜੀਓ ਹੰਕਾਰ ਨਾ ਭਾਵੇ। ਰੱਬ ਨੂੰ ਭਾਈ ਹੰਕਾਰ ਪ੍ਰਵਾਨ ਨਹੀਂ ਹੁੰਦਾ। ਕਈ ਜਨਮਾਂ ਦੇ ਵਿਛੋੜੇ ਪੈ ਜਾਂਦੇ ਆ ਜਦੋਂ ਆਪਾਂ ਹਉਮੈ ਹੰਕਾਰ ਕਰਦੇ ਆ। ਇਸ ਕਰਕੇ ਭਾਈ ਸਾਰੀਆਂ ਚੀਜ਼ਾਂ ਛੱਡੋ, ਗੁਰੂ ਵਾਲੇ ਬਣੋ। ਇਹੀ ਸਿੱਖਿਆ ਸਾਨੂੰ ਇਹ ਸਾਖੀ ਵਿੱਚੋਂ, ਇਸ ਗ੍ਰੰਥ ਵਿੱਚੋਂ ਮਿਲਦੀ ਆ। ਫਿਰ ਮਹਾਰਾਜ ਨੇ ਰਾਮਾਇਣ ਬਾਰੇ ਕਿੰਨਾ ਕੁਝ ਸਾਨੂੰ ਦੱਸ ਦਿੱਤਾ। ਕਿੱਥੇ ਆਪਾਂ ਰਾਮਾਇਣ ਲਿਆਉਣੀ ਸੀ, ਫਿਰ ਪੜ੍ਹਨੀ ਸੀ। 10ਵੇਂ ਗ੍ਰੰਥ ਵਿੱਚ ਮਹਾਰਾਜ ਦੇ ਬਚਨਾਂ ਵਿੱਚ ਲਿਖ ਦਿੱਤਾ ਵੀ ਉਹ ਰਾਮਾਇਣ ਵੀ ਇਹੀ ਕਹਿੰਦੀ ਵੀ ਰੱਬ ਦਾ ਨਾਮ ਜਪੋ, ਵੀ ਰੱਬ ਦੇ ਨਾਮ ਦੀ ਮਹਿਮਾ। ਰਾਮਾਇਣ ਵੀ ਇਹੀ ਕਹਿੰਦੀ ਆ ਜੇ ਗੁਰੂ ਬੰਦੇ ਵੱਲ ਹੋ ਜਾਵੇ, ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਬੰਦੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਤੇ ਉਹਦੀ ਫਤਿਹ ਹੋ ਜਾਂਦੀ ਆ। ਰਾਮਾਇਣ ਵੀ ਇਹੀ ਦੱਸਦੀ ਆ, ਉਹਦੇ ਵਿੱਚ ਵੀ ਇਹੀ ਲਿਖਿਆ ਵੀ ਉਹ ਮੂਰਖਾਂ ਦੀ ਵੀ ਰੱਖਿਆ ਕਰਦਾ। ਤਾਂ ਇਹ ਚੀਜ਼ਾਂ ਸਾਰੀਆਂ ਕਿੱਥੇ ਅਸੀਂ ਪੜ੍ਹਨੀਆਂ ਸੀ, ਖੋਜਣੀਆਂ ਸੀ, ਤੇ ਮਹਾਰਾਜ ਨੇ ਪਹਿਲਾਂ ਹੀ ਸਾਨੂੰ ਇਹਨਾਂ ਦਾ ਗਿਆਨ ਦੇਤਾ। ਤਾਂ ਥੋੜ੍ਹਾ ਜਿਹਾ ਭਾਈ ਆਪ ਵੀ ਹੰਭਲਾ ਮਾਰੋ। ਗੁਰੂ ਮਹਾਰਾਜ ਜੀ ਦੇ ਜਿਹੜੇ ਪ੍ਰਾਤਨ ਗ੍ਰੰਥ ਆ ਉਹਨਾਂ ਦਾ ਜ਼ਰੂਰ ਥੋੜ੍ਹਾ ਥੋੜ੍ਹਾ ਉਹਨਾਂ ਨੂੰ ਪੜ੍ਹਿਆ ਕਰੋ। ਸਤਿਗੁਰੂ ਮਹਾਰਾਜ ਤੁਹਾਨੂੰ ਸਾਰਿਆਂ ਨੂੰ ਸਮੱਤ ਹੀ ਬਖਸ਼ਣ ਤੇ ਵੱਡੀ ਗੱਲ ਜਿਹੜੀ ਆ ਉਹ ਸਿੱਖੀ ਦੀ ਦਾਤ ਬਖਸ਼ਿਸ਼ ਕਰਨ। ਆਪਸ ਵਿੱਚ ਸਾਡਾ ਪ੍ਰੇਮ ਬਣੇ ਤੇ ਅਸੀਂ ਇੱਕੋ ਹੀ ਪਿਤਾ ਦੇ ਪੁੱਤਰ ਹਾਂ। ਤੇ ਮਹਾਰਾਜ ਸਾਨੂੰ ਵਾਰ-ਵਾਰ ਸਮਝਾਉਂਦੇ ਰਹੇ ਆ, ਛੱਡ ਦਈਏ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਹਾਂ ਅੱਜ, ਧੜੇ ਬੰਦੀਆਂ ਛੱਡ ਦਈਏ। ਕਿਸੇ ਹੀ ਧੜਾ ਕੀ ਆ ਤੇ ਕਿਸੇ ਨੇ ਧੜੇ ਬਣਾਏ ਆ ਤੇ ਆਪਣੇ ਵੱਖਰੇ ਵੱਖਰੇ, ਪਰ ਗੁਰੂ ਸਾਹਿਬ ਜੀ ਨਾਲ ਆਪਾਂ ਜਦੋਂ ਉਹਨਾਂ ਦੇ ਦੱਸੇ ਮਾਰਗ ਤੇ ਚੱਲਦੇ ਆ ਸਾਰੇ ਧੜੇ ਟੁੱਟ ਜਾਂਦੇ ਆ। ਏਕ ਪਿਤਾ ਏਕ ਸਕੇ ਹਮ ਬਾਰਕ ਹਮਾਰਾ ਧੜਾ ਹਮ ਹਰ ਸਿਉ ਪ੍ਰੀਤ ਬਣੇ ਆਈ। ਪਰ ਰੱਬ ਨਾਲ ਪ੍ਰੀਤੀ ਕਰਨੀ ਆ। ਤਾਂ ਇਹ ਸਿੱਖਿਆ ਇਸ ਅਵਤਾਰ ਦੇ ਵਿੱਚੋਂ ਸਾਨੂੰ ਮਿਲਦੀ ਆ। ਗਲਤੀ ਜਿਹੜੀ ਬ੍ਰਹਮਾ ਨੇ ਕੀਤੀ ਆ, ਕਿਤਾਬਾਂ ਪੜ੍ਹੋ ਪਰ ਵਿਦਿਆ ਦਾ ਹੰਕਾਰ ਕਦੇ ਵੀ ਨਾ ਕਰੋ। ਕਿਤਾਬਾਂ ਪੜ੍ਹੋ, ਕੋਈ ਅਹੁਦਾ ਮਿਲ ਗਿਆ, ਰੁਤਬਾ ਮਿਲ ਗਿਆ, ਹਉਮੈ ਵਿੱਚ ਕਦੇ ਨਹੀਂ ਪੈਂਦਾ ਗੁਰੂ ਦਾ ਸਿੱਖ। ਸਤਿਗੁਰੂ ਮਹਾਰਾਜ ਜੀ ਬੜਾ ਕੁਝ ਸਾਨੂੰ ਦੱਸ ਗਏ ਇਹਨਾਂ ਪ੍ਰਾਤਨ ਗ੍ਰੰਥਾਂ ਵਿੱਚ, ਪਰ ਅਸੀਂ ਉਹ ਲੋਕ ਹਾਂ ਜਿਹੜੇ ਨਾ ਤਾਂ ਇਹਨਾਂ ਗ੍ਰੰਥਾਂ ਉੱਪਰ ਵਿਸ਼ਵਾਸ ਕਰਦੇ ਹਾਂ ਤੇ ਨਾ ਹੀ ਆਪਣੇ ਗੁਰੂ ਉੱਪਰ ਵਿਸ਼ਵਾਸ ਕਰਦੇ ਹਾਂ। ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰੀਏ, ਸਿੱਖੀ ਮੰਗੀਏ। ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ। ਹੇ ਵਾਹਿਗੁਰੂ, ਤੈਥੋਂ ਕੁਝ ਹੋਰ ਮੈਂ ਮੰਗਾਂ ਤੈਨੂੰ ਛੱਡ ਕੇ, ਉਹ ਦੁੱਖ ਹੀ ਮੰਗਾਂਗਾ ਨਾ। ਤਾਂ ਗੁਰੂ ਕੋਲੋਂ ਭਾਈ ਗੁਰੂ ਨੂੰ ਹੀ ਮੰਗਣਾ ਚਾਹੀਦਾ। ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ ਸਨ। ਬਾਕੀ ਭਾਈ ਜਿਹੜੀ ਮੈਂ ਬੇਨਤੀ ਕਰਦਾ ਹਰ ਵਾਰ ਹੀ ਉਹ ਇਹ ਆ, ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ, ਪਤਿਤ ਨਾ ਬਣੋ। ਧਰਮ ਕਰਮ ਤੋਂ ਡਿੱਗੇ ਹੋਏ ਕੇਸ ਕਟਾਉਣ ਵਾਲਿਆਂ ਨੂੰ ਬੇਨਤੀ ਹੈ ਭਾਈ, ਏਡੀ ਗੱਲ ਤਾਂ ਮਹਾਰਾਜ ਦੀ ਮੰਨ ਲਓ ਤੇ ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਾਹੇ। ਰਹਿਤ ਬਿਨਾ ਸਿੱਖ ਨਾਹੇ ਕਹਾਵੇ, ਰਹਿਤ ਬਿਨਾ ਦਰ ਚੋਟਾਂ ਖਾਵੇ। ਤਾਂ ਰਹਿਤ ਤੋਂ ਬਿਨਾ ਕੋਈ ਸਿੱਖ ਨਹੀਂ ਹੋ ਸਕਦਾ। ਰਹਿਤ ਮਰਿਆਦਾ ਗੁਰੂ ਦੀ ਸਿੱਖਿਆ ਬਹੁਤ ਅਤੀ ਜ਼ਰੂਰੀ ਹੋ ਜਾਂਦੀ ਆ। ਤਾਂ ਆਓ ਭਾਈ
ਖੰਡੇ ਬਾਟੇ ਦੀ ਪੌਹਲ ਲੈ ਕੇ ਆਪਣੇ ਇਸ ਜਨਮ ਨੂੰ ਸਵਾਰੀਏ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਤਾਂ ਆਓ ਜੀ ਗੁਰੂ ਦੀ ਬਖਸ਼ੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।